ਅਸੀਂ ਇਹਦੇ ਤੇ ਆਫੀਸ਼ੀਅਲੀ ਕੋਈ ਪਰਚਾ ਨਹੀਂ ਦਰਜ ਕਰਾਵਾਂਗੇ। ਪਰਚੇ ਕਰਾਣਾ ਯੂਥ ਕਾਂਗਰਸ ਦੀ ਆਪਣਾ ਦਿਸ਼ਾ ਨਿਰਦੇਸ਼ 'ਚ ਨਹੀਂ ਹੋ ਸਕਦਾ। ਪਰ ਰਵਨੀਤ ਬਿੱਟੂ ਕਿਉਂ ਫਿਰ ਕਹਿੰਦੇ ਨੇ ਕਿ ਪਰਚੇ ਹੋਣੇ ਚਾਹੀਦੇ ਹੈਗੇ ਨੇ? ਰਵਨੀਤ ਬਿੱਟੂ ਉਹਨਾਂ ਦੀ ਆਈਡੀਓਲੋਜੀ ਕਿਉਂ ਲੱਗ ਹੈਗੀ ਹੈ? ਇਹ ਜਿਹੜਾ ਪਰਚਿਆਂ ਵਾਲੀ ਰਾਜਨੀਤੀ ਆ, ਮੈਂ ਇਸ ਚੀਜ਼ ਦੇ ਖਿਲਾਫ ਗੱਲ ਕਰ ਰਿਹਾ ਵਾਂ। ਮੈਂ ਕੋਈ ਆਪਣਾ ਇਸ ਚੀਜ਼ ਦੇ ਹੱਕ ਵਿੱਚ ਨਹੀਂ ਹੈਗਾ ਵੀ ਆਪਾਂ ਪਰਚੇ ਕਰਾ ਕੇ ਇਹਨੂੰ ਸੈੱਟ ਕਰ ਸਕਦੇ ਆ ਜਾਂ ਪਰਚੇ ਕਰਾ ਕੇ ਆਪਾਂ ਇਹਨੂੰ ਬਦਲ ਦਾਂਗੇ। ਹਮਦਰਦ ਟੀਵੀ ਤੇ ਕੱਲ ਸਾਡੇ ਨਾਲ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਜੁੜੇ ਸੀ। ਗੱਲਬਾਤ ਹੋਈ ਸੀ ਕਿ ਜਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਇਹ ਗੱਲ ਆਖ ਰਹੇ ਨੇ ਕਿ ਯੂਥ ਕਾਂਗਰਸ ਜਾ ਕੇ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਦੇ ਖਿਲਾਫ ਪਰਚੇ ਦਰਜ ਕਰੇ। ਉਸ ਦੇ ਉੱਤੇ ਰਵਨੀਤ ਬਿੱਟੂ ਦੇ ਇਸ ਗੱਲ ਦੇ ਉੱਤੇ ਬਰਿੰਦਰ ਢਿੱਲੋਂ ਨੇ ਕਿਹਾ ਸੀ ਕਿ ਅਸੀਂ ਚਰਚਾ ਕਰਾਂਗੇ, ਅਸੀਂ ਵਿਚਾਰ ਕਰਾਂਗੇ, ਮੀਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਫੈਸਲਾ ਲਵਾਂਗੇ। ਢਿੱਲੋਂ ਸਾਹਿਬ ਫੈਸਲਾ ਲੈ ਲਿਆ? ਹਾਂਜੀ, ਫੈਸਲਾ ਲੈ ਲਿਆ। ਅਸੀਂ ਇਹਦੇ ਤੇ ਆਫੀਸ਼ੀਅਲੀ ਕੋਈ ਪਰਚਾ ਨਹੀਂ ਦਰਜ ਕਰਾਵਾਂਗੇ। ਕੋਈ ਇੰਡੀਵਿਜੂਅਲ ਤੌਰ ਦੇ ਉੱਤੇ ਬੰਦਾ ਜਾ ਕੇ ਪਰਚਾ ਦਰਜ ਕਰਾਉਣਾ ਚਾਹੁੰਦਾ ਉਹ ਕਰਾ ਸਕਦਾ। ਆਰਗੇਨਾਈਜੇਸ਼ਨ ਦਾ ਕਲੀਅਰ ਸਟੈਂਡ ਆ ਵੀ ਅਸੀਂ ਇਹ ਮੁੱਦਿਆਂ ਦੇ ਉੱਤੇ ਪਰਚੇ ਨਹੀਂ ਦਰਜ ਕਰਾ ਕੇ ਅਸੀਂ ਇੱਕ ਇਹ ਮੈਸੇਜ ਨਹੀਂ ਦੇਣਾ ਚਾਹੁੰਦੇ ਵੀ ਯੂਥ ਕਾਂਗਰਸ ਜਿਹੜੀ ਆ ਉਹ ਰਿਫਾਰਮਿਸਟ ਵਾਲੇ ਪਾਸੇ ਨੂੰ ਜਾਣਾ ਚਾਹੁੰਦੀ ਆ, ਨਾ ਕਿ ਪਨਿਸ਼ਮੈਂਟ ਵਾਲੇ ਪਾਸੇ ਨੂੰ। ਅਗਰ ਇਹਦੇ ਉੱਤੇ ਕੋਈ ਗੱਲ ਕਰਨੀ ਆ ਤੇ ਉਹ ਅਸੀਂ ਇੱਕ ਵਿਚਾਰ ਚਰਚਾ, ਡਾਇਲੌਗ ਔਰ ਇਹ ਗੱਲਾਂ 'ਚ ਮੀਟਿੰਗ ਕਿਸ ਨਾਲ ਤੁਹਾਡੇ ਵੱਲੋਂ ਕੀਤੀ ਗਈ? ਕਿਸ ਨਾਲ ਵਿਚਾਰ ਚਰਚਾ ਕੀਤੀ ਗਈ ਕਿ ਜੋ ਰਵਨੀਤ ਬਿੱਟੂ ਕਹਿ ਰਹੇ ਨੇ ਉਸ ਦੇ ਉੱਤੇ ਸਾਨੂੰ ਅਮਲ ਕਰਨਾ ਚਾਹੀਦਾ, ਉਸ ਦੇ ਉੱਤੇ ਸਾਨੂੰ ਕੀ ਫੈਸਲਾ ਲੈਣਾ ਚਾਹੀਦਾ ਹੈ? ਅਸੀਂ ਜ਼ਿਆਦਾਤਰ ਆਪਸ 'ਚ ਹੀ ਗੱਲ ਕੀਤੀ ਸਾਰਿਆਂ ਨਾਲ। ਕੁਝ ਆਫਿਸ ਬੇਅਰਰਸ ਨਾਲ ਗੱਲ ਕੀਤੀ, ਕਿਸੇ ਨਾਲ, ਸਾਰਿਆਂ ਨਾਲ ਇੱਕ ਵਿਚਾਰ ਉਹਨਾਂ ਦੇ ਮੰਗੇ ਔਰ ਉਹਨਾਂ ਦੇ ਵਿੱਚ ਉੱਭਰ ਕੇ ਗੱਲ ਆਈ ਵੀ ਆਪਾਂ ਨੂੰ ਇਸ ਚੀਜ਼ ਨੂੰ ਨਹੀਂ ਵਧਾਉਣਾ ਚਾਹੀਦਾ ਅੱਗੇ। ਰਵਨੀਤ ਬਿੱਟੂ ਨੂੰ ਕੋਰੀ ਨਾ ਤੁਹਾਡੇ ਵੱਲੋਂ ਕਰ ਦਿੱਤੀ ਗਈ? ਦੇਖੋ, ਰਵਨੀਤ ਬਾਈ ਜੀ ਸਾਡੇ ਵੱਡੇ ਲੀਡਰ ਆ, ਸਾਡੇ ਆਉਣ ਵਾਲੇ ਪੰਜਾਬ ਦੇ ਵਿੱਚ ਉਹ ਸਤਿਕਾਰਯੋਗ ਆ। ਅਸੀਂ ਉਹਨਾਂ ਦੇ ਮਗਰ ਦੇਖ ਕੇ ਯੂਥ ਕਾਂਗਰਸ 'ਚ ਆਏ ਆ। ਅਸੀਂ ਕੋਈ, ਮੈਂ ਫਿਰ ਤੁਹਾਨੂੰ ਇਹ ਕਹਿੰਦਾ, ਕੋਈ ਪਰਸਨਲ ਉਹਨਾਂ ਨੂੰ ਨਾ ਨਹੀਂ ਹੈਗੀ। ਇਹ ਸਿਰਫ ਇੱਕ ਪ੍ਰਿੰਸੀਪਲਡ ਗੱਲ ਆ ਪਰਚਿਆਂ ਦੀ ਕਰਾਉਣ ਦੇ ਉੱਤੇ। ਜਿਹੜਾ ਉਹਨਾਂ ਦਾ ਸੈਂਟੀਮੈਂਟ ਆ ਉਹਨੂੰ ਅਸੀਂ ਇੰਡੋਰਸ ਕਰਦੇ ਆ, ਅਸੀਂ ਉਹਨਾਂ ਦੇ ਨਾਲ ਖੜੇ ਆ। ਲੇਕਿਨ ਆਪ ਨਾਲ ਖੜੇ ਹੋ ਫਿਰ ਪਰਚੇ ਕਿਉਂ ਨਹੀਂ ਦਰਜ ਕਰਵਾ ਰਹੇ? ਪਰਚੇ ਕਰਾਣਾ ਯੂਥ ਕਾਂਗਰਸ ਦੀ ਆਪਣਾ ਦਿਸ਼ਾ ਨਿਰਦੇਸ਼ 'ਚ ਨਹੀਂ ਹੋ ਸਕਦੇ। ਪਰਚੇ ਕਰਾਉਣ ਵਾਲੀ ਰਾਜਨੀਤੀ ਅਸੀਂ ਨਹੀਂ ਕਰਨਾ ਚਾਹੁੰਦੇ। ਹਾਂ, ਅਸੀਂ ਜੋ ਉਹਨਾਂ ਦਾ ਸੈਂਟੀਮੈਂਟ ਆ ਉਸ ਚੀਜ਼ ਨੂੰ ਨੌਜਵਾਨਾਂ 'ਚ ਲੈ ਕੇ ਜਾਵਾਂਗੇ, ਉਹਨੂੰ ਗੱਲ ਨੂੰ ਕਰਾਂਗੇ, ਉਹਨਾਂ ਨੂੰ ਵੀ ਬੁਲਾਵਾਂਗੇ ਵੀ ਤੁਸੀਂ ਆ ਕੇ ਗੱਲਾਂ ਕਰੋ ਨੌਜਵਾਨਾਂ ਨਾਲ ਵੀ ਇਹਦਾ ਰਵਨੀਤ ਬਿੱਟੂ ਨਾਲ ਕੋਈ ਗੱਲਬਾਤ ਹੋਈ ਹੈਗੀ? ਉਹਨਾਂ ਨੂੰ ਮੈਸੇਜ ਪਹੁੰਚਾ ਦਿੱਤਾ ਤੁਸੀਂ? ਨਹੀਂ, ਉਹਨਾਂ ਨਾਲ ਗੱਲ ਹੋਊਗੀ, ਯੂਥ ਕਾਂਗਰਸ ਦੇ ਸਾਡੇ ਹੈਗੇ ਆ, ਲੇਕਿਨ ਗੱਲ ਨਹੀਂ ਹੋਈ। ਲੇਕਿਨ ਇੱਕ ਇਸ ਚੀਜ਼ ਨੂੰ ਅਸੀਂ ਗੱਲ ਕਰ ਲਿਆ ਵਾ ਔਰ ਇਹਦੇ ਉੱਤੇ ਪਰਚੇ ਵਾਲੀ ਕੰਮ ਨਾਲ ਅਸੀਂ ਸਹਿਮਤ ਨਹੀਂ। ਬਾਕੀ ਅਸੀਂ ਉਹਨਾਂ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਆ। ਜਿਹੜਾ ਕੋਈ ਭੜਕਾਊ ਗਾਣੇ ਗਾਉਂਦਾ ਉਹਨਾਂ ਚੀਜ਼ਾਂ ਨੂੰ, ਨੌਜਵਾਨਾਂ ਨੂੰ ਕਿਵੇਂ ਦੂਜੇ ਪਾਸੇ ਨੂੰ ਮੋੜਨਾ ਔਰ ਕਿਵੇਂ ਨੌਜਵਾਨਾਂ ਨੂੰ ਇਸ ਪਾਸੇ ਨੂੰ ਲੈ ਕੇ ਜਾਣਾ। ਕਿ ਤੁਸੀਂ ਵੀ ਆਪ ਵੀ ਇਹਨੂੰ ਇਸ ਚੀਜ਼ ਨੂੰ ਐਨਾਲਾਈਜ਼ ਕੀਤਾ ਜਿਸ ਤਰੀਕੇ ਦੇ ਨਾਲ ਜੋ ਦਿਲਜੀਤ ਦੋਸਾਂਝ ਉਹਨਾਂ ਵੱਲੋਂ ਗੱਲ ਰੱਖੀ ਗਈ ਸੀਗੀ ਕਿ 6 ਸਾਲ ਪੁਰਾਣੀ ਫਿਲਮ ਹੈਗੀ ਹੈ ਰੰਗਰੂਟ ਮੂਵੀ ਦਾ, ਜਿਸ ਤਰੀਕੇ ਦੇ ਨਾਲ ਉਹ ਰੰਗਰੂਟ ਗਾਣਾ ਹੈਗਾ, ਇਹ 1984 ਮੂਵੀ ਦਾ ਨਾਮ ਹੈ, ਜਿਸ ਨੂੰ ਨੈਸ਼ਨਲ ਅਵਾਰਡ ਨਾਲ ਨਵਾਜਿਆ ਹੋਇਆ, ਜਿਹੜੀ ਗੱਲ ਆਪਣੀ ਕੱਲ ਹੋਈ ਸੀਗੀ। ਤਾਂ ਤੁਸੀਂ ਵੀ ਕੀ ਇਸ ਨੂੰ ਐਨਾਲਾਈਜ਼ ਕਰਕੇ ਤੁਹਾਨੂੰ ਲੱਗਦਾ ਹੈਗਾ ਕਿ ਇਹ ਜੋ ਗੱਲ ਰਵਨੀਤ ਬਿੱਟੂ ਚੱਕ ਰਹੇ ਨੇ ਇਹ ਕਿਤੇ ਨਾ ਕਿਤੇ ਇਸ 'ਚ ਕੋਈ ਵਜਨ ਨਹੀਂ ਹੈਗਾ? ਦੇਖੋ, ਜਿਹੜਾ ਉਹ ਗਾਣਾ ਸੀਗਾ ਉਹ ਇੱਕ ਮੈਂ ਸੁਣਿਆ ਨਹੀਂ ਸੀਗਾ, ਲੇਕਿਨ ਜਦੋਂ ਤੁਸੀਂ ਗੱਲ ਕੀਤੀ ਮੈਂ ਉਸ ਤੋਂ ਬਾਅਦ ਹੀ ਸੁਣਿਆ ਉਹ, ਔਰ ਮੈਨੂੰ ਮਹਿਸੂਸ ਹੋਇਆ ਉਹ ਇੱਕ ਸੱਚ ਆ, ਉਹ ਇੱਕ ਕੌੜਾ ਸੱਚ ਆ ਔਰ ਉਹਦੇ ਵਿੱਚ ਨੌਜਵਾਨਾਂ ਨਾਲ ਇਹ ਹੋਇਆ। ਉਸ ਚੀਜ਼ ਨੂੰ ਆਰਟਿਸਟਿਕ ਤੌਰ ਦੇ ਉੱਤੇ ਗੱਲ ਕਰਨੀ ਔਰ ਉਸ ਤੋਂ ਬਾਅਦ ਆਪਣਾ ਕੀ ਕਹਿੰਦੇ ਉਹਦੇ ਨਾਲ ਇਤਫਾਕ ਰੱਖਣਾ। ਬੜੇ ਲੋਕਾਂ ਦੇ ਸੈਂਟੀਮੈਂਟ ਜੁੜੇ, ਬੜਿਆਂ ਮਾਵਾਂ ਨੇ ਪੁੱਤ ਗਵਾਏ, ਬੜੇ ਭੈਣਾਂ ਨੇ ਭਰਾ ਗਵਾਏ, ਲੇਕਿਨ ਇਹ ਚੀਜ਼ ਨੂੰ ਆਪਾਂ ਦਬਾਉਣ ਦੀ ਬਜਾਏ ਆਪਾਂ ਦੱਬ ਨਹੀਂ ਸਕਦੇ। ਇਸ ਚੀਜ਼ ਨੂੰ ਅਗਰ ਆਪਾਂ ਸਹੀ ਕਰਨਾ ਵਾ ਤੇ ਆਪਾਂ ਉਹਨੂੰ ਵਿਚਾਰ ਚਰਚਾ, ਡਾਇਲੌਗ, ਲੋਕ ਇੰਟੈਲੈਕਚੁਅਲਸ ਨੂੰ ਬੁਲਾਈਏ, ਆਈਡੀਓਲੌਗਸ ਨੂੰ ਬੁਲਾਈਏ, ਇਹਨਾਂ ਦੇ ਉੱਤੇ ਵਿਚਾਰ ਚਰਚਾ ਕਰਾ ਕੇ ਨੌਜਵਾਨਾਂ ਨੂੰ ਦੱਸੀਏ ਵੀ ਆਹ ਪਾਸੇ ਨੂੰ ਬਾਈ ਜੀ ਸੱਚਾਈ ਆ, ਇਹਦਾ ਨੁਕਸਾਨ ਆ। ਗਾਣਾ ਇੱਕ ਕਰਕੇ ਆ, ਉਹਨੂੰ ਬੈਨ ਕਰਨ ਤੋਂ ਬਾਅਦ ਉਹਦੇ ਤੋਂ ਅੱਗੇ ਅਗਰ ਗੱਲ ਨਾ ਹੋਵੇ ਤੇ ਉਹ ਗਾਣਾ ਉੱਥੇ ਦਾ ਉੱਥੇ ਰਹਿ ਜਾਂਦਾ। ਉਹ ਤਾਂ ਆਪਣੀ ਗੱਲ ਕਹਿ ਗਏ, ਲੇਕਿਨ ਉਸ ਤੋਂ ਅੱਗੇ ਉਹਦਾ ਕਾਊਂਟਰ ਕਿਸੇ ਨੇ ਨਹੀਂ ਕੀਤਾ। ਇਹਦਾ ਕਾਊਂਟਰ ਇਹੀ ਆ ਵੀ ਜਦੋਂ ਆਪਾਂ ਇਹਦੀ ਵਿਚਾਰ ਚਰਚਾ ਔਰ ਇਹਨਾਂ ਲੋਕਾਂ ਨਾਲ ਜਾ ਕੇ ਇਹਦੀ ਗੱਲ ਕਰਾਂਗੇ। ਪਰ ਰਵਨੀਤ ਬਿੱਟੂ ਕਿਉਂ ਫਿਰ ਕਹਿੰਦੇ ਨੇ ਕਿ ਪਰਚੇ ਹੋਣੇ ਚਾਹੀਦੇ ਹੈਗੇ ਨੇ? ਰਵਨੀਤ ਬਿੱਟੂ ਉਹਨਾਂ ਦੀ ਆਈਡੀਓਲੋਜੀ ਕਿਉਂ ਲੱਗ ਹੈਗੀ ਹੈ? ਉਹਨਾਂ ਨੂੰ ਕਿਉਂ ਲੱਗਦਾ ਹੈਗਾ ਕਿ ਇਹ ਭੜਕਾ ਰਹੇ ਨੇ? ਤੁਹਾਨੂੰ ਲੱਗਦਾ ਕਿ ਇਹ ਭੜਕਾ ਰਹੇ ਨੇ? ਗੀਤ ਜੋ ਹੈਗੇ ਨੇ ਇਹ ਭੜਕਾਉਣ ਦੇ ਵਿੱਚ ਕਿਤੇ ਨਾ ਕਿਤੇ ਸਹਿਯੋਗ ਪਾਉਂਦੇ ਨੇ? ਮੇਰੇ ਹਿਸਾਬ ਨਾਲ ਤੁਸੀਂ ਵੇਖੋ, ਬਿੱਟੂ ਬਾਈ ਜੀ ਦੇ ਪਰਿਵਾਰ ਨੇ ਕਿੰਨੀ ਵੱਡੀ ਇਸ ਚੀਜ਼ ਦੀ ਕੀਮਤ ਚੁਕਾਈ ਆ, ਕਿੰਨਾ ਉਹਨਾਂ ਦੀ ਕੁਰਬਾਨੀ ਆ। ਇਸ ਕਰਕੇ ਸ਼ਾਇਦ ਉਹਨਾਂ ਦਾ ਸੈਂਟੀਮੈਂਟ ਇਸ ਚੀਜ਼ ਨਾਲ ਜ਼ਿਆਦਾ ਜੁੜਿਆ ਹੋਇਆ। ਸ਼ਾਇਦ ਅਸੀਂ ਉਹ ਚੀਜ਼ ਨਹੀਂ, ਉਹਨਾਂ ਦਾ ਦਰਦ ਕਈ ਵਾਰ ਸਮਝ ਸਕਦੇ ਜੋ ਉਹਨਾਂ ਦੇ ਵਿੱਚ ਦਰਦ ਹੈਗਾ ਵਾ। ਲੇਕਿਨ ਇਹ ਜਿਹੜਾ ਪਰਚਿਆਂ ਵਾਲੀ ਰਾਜਨੀਤੀ ਆ, ਮੈਂ ਇਸ ਚੀਜ਼ ਦੇ ਖਿਲਾਫ ਗੱਲ ਕਰ ਰਿਹਾ ਵਾਂ। ਮੈਂ ਕੋਈ ਆਪਣਾ ਇਸ ਚੀਜ਼ ਦੇ ਹੱਕ ਵਿੱਚ ਨਹੀਂ ਹੈਗਾ ਵੀ ਆਪਾਂ ਪਰਚੇ ਕਰਾ ਕੇ ਇਹਨੂੰ ਸੈੱਟ ਕਰ ਸਕਦੇ ਆ ਜਾਂ ਪਰਚੇ ਕਰਾ ਕੇ ਆਪਾਂ ਇਹਨੂੰ ਬਦਲ ਦਾਂਗੇ। ਇੱਕ ਪਰਚਾ ਕਰਾਵਾਂਗੇ, ਕੱਲ ਨੂੰ ਕੋਈ ਹੋਰ ਗਾਣਾ ਗਾ ਦੂਗਾ, ਕੱਲ ਨੂੰ ਕੋਈ ਕੈਨੇਡਾ ਗਾ ਦੂਗਾ, ਕੱਲ ਨੂੰ ਕੋਈ ਕਿਤੇ ਗਾ ਦੂਗਾ, ਉਹ ਚੀਜ਼ ਨੂੰ ਹੋਰ ਹੁੰਗਾਰਾ ਮਿਲੂਗਾ। ਔਰ ਰੈਬਲੀਅਸ ਨੇਚਰ ਆ ਪੰਜਾਬੀਆਂ ਦੀ ਔਰ ਇਸ ਚੀਜ਼ ਨੂੰ ਉਹ ਲੋਕੀ ਜਿਹੜਾ ਵਾ ਹੋਰ ਜ਼ਿਆਦਾ ਚੱਕਦੇ ਆ। ਸਾਡੀ ਕੋਸ਼ਿਸ਼ ਹੈ ਵੀ ਯੂਥ ਨੂੰ
ਆਪਾਂ ਜਿਹੜਾ ਸੈਂਟੀਮੈਂਟ ਆ ਉਹਨੂੰ ਇਸ ਵਾਪਸ ਮੋੜਾ ਪਾਈਏ, ਆਪਾਂ ਉਹਨੂੰ ਪੰਜਾਬ ਵਾਲੇ ਪ੍ਰੋਗਰੈਸਿਵ ਵਾਲੇ ਪਾਸੇ ਨੂੰ ਲੈ ਕੇ ਜਾਈਏ, ਨਾ ਕਿ ਆਪਾਂ ਆਪਣਾ ਡਿਪਰੈਸਿਵ ਔਰ ਡਿਸਟਰਕਟਿਵ। ਐਜ਼ ਅ ਯੂਥ ਪ੍ਰਧਾਨ ਹੁਣ ਬਰਿੰਦਰ ਢਿੱਲੋਂ ਦਾ ਕੀ ਆਦੇਸ਼ ਹੋਊਗਾ ਆਪਣੇ ਸਾਰੇ ਯੂਥ ਨੂੰ, ਕਾਂਗਰਸ ਦੇ ਜਿਹੜਾ ਯੂਥ ਤੁਹਾਡੇ ਨਾਲ ਜੁੜਿਆ ਹੋਇਆ ਹੈ ਉਹਨੂੰ ਤੁਹਾਡਾ ਕੀ ਆਦੇਸ਼ ਹੈਗਾ ਕਿ ਪਰਚੇ ਨਹੀਂ ਕਰਾਉਣੇ ਹੈਗੇ? ਮੇਰੀ ਇਹ ਆ ਵੀ ਅਸੀਂ ਆਫੀਸ਼ੀਅਲੀ ਕੋਈ ਪਰਚਾ ਨਹੀਂ ਕਰਾਉਣਾ। ਅਗਰ ਕਿਸੇ ਦਾ ਕੋਈ ਸੈਂਟੀਮੈਂਟ ਹਰਟ ਹੋਇਆ, ਕਿਸੇ ਵੀ ਨੌਜਵਾਨ ਦਾ ਹੋਇਆ, ਉਹ ਆਪਣੇ ਵੱਲੋਂ ਕਰਾ ਸਕਦਾ, ਲੇਕਿਨ ਆਫੀਸ਼ੀਅਲ ਸਾਡੀ ਇਹ ਕਲੀਅਰ ਸਟੈਂਡ ਆ ਵੀ ਇਹਦੇ ਤੇ ਯੂਥ ਕਾਂਗਰਸ ਕੋਈ ਐਜ਼ ਅ ਆਰਗੇਨਾਈਜੇਸ਼ਨ ਇਹਦੇ ਤੇ ਪਰਚੇ ਨਹੀਂ ਕਰਾਉਣਾ ਚਾਹੁੰਦੀ। ਐਜ਼ ਅ ਇੰਡੀਵਿਜੂਅਲ ਕੋਈ ਬੰਦਾ ਕਰਨਾ ਚਾਹੁੰਦਾ ਉਹ ਜ਼ਰੂਰ ਕਰ ਹੁਣ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ, ਕਹਿੰਦੇ ਕਿ ਬਰਿੰਦਰ ਢਿੱਲੋਂ ਕੈਪਟਨ ਧੜੇ ਦੇ ਹੈਗੇ ਨੇ, ਕਨਫਲਿਕਟ ਹੈਗਾ ਰਵਨੀਤ ਬਿੱਟੂ ਉਹਨਾਂ ਦੇ ਨਾਲ, ਤਾਂ ਕਰਕੇ ਤੁਸੀਂ ਢਿੱਲੋਂ ਸਾਹਿਬ ਨੇ ਸਟੈਂਡ ਜਿਹੜਾ ਹੈਗਾ ਉਹ ਰਵਨੀਤ ਬਿੱਟੂ ਦੇ ਖਿਲਾਫ ਲਿੱਤਾ ਹੈਗਾ। ਹੁਣ ਇਹ ਵੀ ਗੱਲਾਂ ਜਿਹੜੀਆਂ ਹੈਗੀਆਂ ਨਿਕਲ ਕੇ ਸਾਹਮਣੇ ਆ ਰਹੀਆਂ। ਇਹ ਤਾਂ ਤੁਹਾਡੀ ਮੀਡੀਆ ਦੀ ਗੱਲਾਂ। ਮੈਂ ਰਵਨੀਤ ਬਿੱਟੂ ਮੇਰਾ ਵੱਡਾ ਭਰਾ ਵਾ, ਉਹਨਾਂ ਦਾ ਧੜਾ ਵਾ, ਅਸੀਂ ਵੀ ਉਹਨਾਂ ਦੇ ਨਾਲ ਰਹਿ ਕੇ ਸਾਰਾ ਕੁਝ ਸਿੱਖਿਆ। ਕੋਈ ਇੱਥੇ ਕੈਪਟਨ ਅਮਰਿੰਦਰ ਸਿੰਘ ਅਨਡਿਸਪਿਊਟਡ ਲੀਡਰ ਆ, ਸਾਰੇ ਹੀ ਉਹਨਾਂ ਦੇ ਧੜੇ ਦੇ ਵਿੱਚ ਹੈਗੇ ਆ। ਅਗਰ ਕੋਈ ਉਹਨਾਂ ਦੇ ਧੜੇ ਧੁੜੇ ਵਾਲੀ ਰਾਜਨੀਤੀ ਚੋਂ ਸਾਨੂੰ ਬਾਹਰ ਰੱਖੋ, ਕੈਪਟਨ ਸਾਹਿਬ ਸਾਡਾ ਲੀਡਰ ਹੈਗੇ ਆ, ਅਸੀਂ ਉਹਨਾਂ ਨੂੰ ਸਾਰੇ ਫੋਲੋ ਕਰਦੇ ਆ। ਔਰ ਸਹੀ ਮੈਨੇ 'ਚ ਅਗਰ ਤੁਸੀਂ ਵੇਖੋ 1984 1987 ਆ ਜਦੋਂ ਵੀ ਗੱਲਾਂ ਹੋਈਆਂ, ਕੈਪਟਨ ਸਾਹਿਬ ਵੀ ਉੱਭਰ ਕੇ ਅੱਗੇ ਆਏ ਆ। ਉਹਨਾਂ ਦੇ ਪ੍ਰਿੰਸੀਪਲਸ, ਉਹਨਾਂ ਦੇ ਕਰੈਕਟਰ ਦੀ ਅਸੀਂ ਇੱਜ਼ਤ ਕਰਦੇ ਆ। ਉਹੀ ਰਵਨੀਤ ਬਿੱਟੂ ਦੀ ਅਸੀਂ 3 ਟਾਈਮ MP ਆ, ਯੂਥ ਕਾਂਗਰਸ ਬੜਾ ਕੰਮ ਕੀਤਾ, ਉਹਨਾਂ ਦੀ ਵੀ ਇੱਜ਼ਤ ਕਰਦੇ ਆ। ਇਹਨੂੰ ਰਾਜਨੀਤੀ ਨੂੰ ਅਗਰ ਆਪਾਂ ਇਸ ਪਾਸੇ ਨੂੰ ਜੋੜ ਦਈਏ ਧੜਿਆਂ ਦੇ ਵਿੱਚ, ਇਸ ਕਰਕੇ ਇਹਦੇ ਅੰਦਰ ਕੋਈ ਇਹੋ ਜਿਹੀ ਮਨਸ਼ਾ ਨਹੀਂ ਹੈਗੀ ਵੀ ਉਹ ਕਰਨਾ। ਮੈਂ ਕੋਈ ਫਿਰ ਕਹਿ ਰਿਹਾ, ਮੈਂ ਬਿੱਟੂ ਬਾਈ ਜੀ ਦੇ ਉਲਟ ਬਿਲਕੁਲ ਨਹੀਂ ਹੈਗਾ ਕਿਸੇ ਕੋਈ ਮੱਦੇ ਤੇ। ਰਵਨੀਤ ਬਿੱਟੂ ਦੇ ਨਾਲ ਵੀ ਨਹੀਂ ਤੁਸੀਂ ਹੈਗੇ। ਮਤਭੇਦ ਹੈਗਾ ਵਾ, ਮਨਭੇਦ ਕੋਈ ਨਹੀਂ ਹੈਗਾ। ਮਤਭੇਦ ਜ਼ਰੂਰ ਹੈਗਾ, ਮਨਭੇਦ ਨਹੀਂ ਹੈਗਾ। ਔਰ ਅਸੀਂ ਇਸੇ ਕਰਕੇ ਜਿਹੜੀ ਇਹ ਸੋਚ ਆ, ਇਹਨੂੰ ਅਸੀਂ ਇਸ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਆ ਵੀ ਇਹ ਮੁੱਦਾ ਕੋਈ ਰਾਜਨੀਤਿਕ ਮੁੱਦਾ ਨਹੀਂ ਆ, ਇਹ ਨੌਜਵਾਨਾਂ ਦਾ ਮੁੱਦਾ ਵਾ। ਇਹਨੂੰ ਪਰ ਮੈਨੂੰ ਲੱਗਦਾ ਇਹ ਵੀ ਪਹਿਲੀ ਵਾਰ ਹੋਇਆ ਹੋਊਗਾ ਐਵੇਂ, ਇਹ ਵੀ ਪਹਿਲੀ ਵਾਰ ਹੋਇਆ ਹੋਊਗਾ ਕਾਂਗਰਸ ਦੇ ਵਿੱਚ। ਜੇਕਰ ਆਪਾਂ ਗੱਲ ਕਰੀਏ ਕਿਸੇ ਪਹਿਲਾਂ ਰਹੇ ਯੂਥ ਪ੍ਰਧਾਨ ਦੇ ਵੱਲੋਂ, ਜਾਂ ਕਹਿ ਲਓ ਕਿ 3 ਟਾਈਮ MP ਜਿਹੜੇ ਰਹੇ ਨੇ ਉਹ ਇੱਕ ਗੱਲ ਕਹਿ ਰਹੇ ਨੇ, ਤੇ ਹੁਣ ਜਿਹੜੇ ਨਵੇਂ ਯੂਥ ਪ੍ਰਧਾਨ ਹੈਗੇ ਨੇ ਉਹ ਹਟ ਕੇ ਆਪਣਾ ਫੈਸਲਾ ਸੁਣਾ ਰਹੇ ਹੈਗੇ ਨੇ। ਤਾਂ ਸ਼ਾਇਦ ਇਹਨੂੰ ਵੀ ਆਪਾਂ ਕਹਿ ਸਕਦੇ ਕਿ ਇੱਕ ਵਧੀਆ ਇਹਦੇ ਵਿੱਚ ਇੱਕ ਫੈਡਰਲਿਜ਼ਮ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਕਾਂਗਰਸ ਦੇ ਵਿੱਚ। ਦੇਖੋ ਮੈਂ ਆਪ ਤੁਹਾਨੂੰ ਇਹ ਮਹਿਸੂਸ ਕਰਦਾ, ਬਲਾਈਂਡਲੀ ਕਿਸੇ ਚੀਜ਼ ਨੂੰ ਫੋਲੋ ਨਹੀਂ ਕਰਨਾ ਚਾਹੀਦਾ। ਕੋਈ ਪ੍ਰਿੰਸੀਪਲਸ, ਕੋਈ ਅਸੂਲ, ਕੋਈ ਉਹਨਾਂ ਦੀ ਗੱਲਾਂ ਹੋਣੀਆਂ ਚਾਹੀਦੀਆਂ। ਉਹਨਾਂ ਨੇ ਇੱਕ ਗੱਲ ਰੱਖੀ ਆ, ਉਹਦੇ ਅਗੇਂਸਟ ਅਸੀਂ ਬਿਲਕੁਲ ਨਹੀਂ ਹੈਗੇ ਉਸ ਸਿਸਟਮ ਦੇ, ਲੇਕਿਨ ਤਰੀਕਾ ਜਿਹੜਾ ਵਾ ਅਸੀਂ ਉਹ ਤਰੀਕੇ ਨੂੰ ਨਹੀਂ, ਅੱਜ ਦੇ ਨੌਜਵਾਨ ਜਿਹੜਾ ਵਾ ਉਹ ਇਹ ਪਰਚਿਆਂ ਦੀ ਰਾਜਨੀਤੀ ਤੋਂ ਪਾਸੇ ਹਟਣਾ ਚਾਹੁੰਦੇ ਆ। ਪਰਚਿਆਂ ਦੇ ਨਾਲ ਕਦੀ ਗੱਲਾਂ ਦੱਬੀਆਂ ਨਹੀਂ ਗਈਆਂ, ਪਰਚਿਆਂ ਨਾਲ ਕਦੀ ਗੱਲਾਂ ਖਤਮ ਨਹੀਂ ਹੋਈਆਂ, ਔਰ ਉਸ ਸੈਂਟੀਮੈਂਟ ਦੇ ਅਸੀਂ ਖਿਲਾਫ ਹੈਗੇ ਆ। ਅਗਰ ਪਰਚਿਆਂ ਦੀ ਰਾਜਨੀਤੀ ਨੂੰ ਆਪਾਂ ਚੇਂਜ ਕਰਨਾ ਵਾ ਤੇ ਆਪਾਂ ਨੂੰ ਰਿਫਾਰਮਸ, ਨੌਜਵਾਨਾਂ ਨੂੰ ਐਜੂਕੇਟ ਕਰਨਾ ਔਰ ਇਸ ਪਾਸੇ ਨੂੰ ਜਾਣਾ ਚਾਹੀਦਾ। ਅਗਰ ਆਪਾਂ ਉਹੀ ਸੈਂਟੀਮੈਂਟ ਨੂੰ ਤੁਸੀਂ ਵੇਖੋਗੇ, ਅੱਜ ਤੱਕ ਅਗਰ ਪਰਚਿਆਂ ਨਾਲ ਖਤਮ ਹੋ ਗਿਆ ਹੁੰਦਾ ਤੇ ਬੜੀ ਦੇਰ ਤੋਂ ਪਰਚੇ ਹੋ ਰਹੇ ਆ, ਬੜੀ ਦੇਰ ਤੋਂ ਇਹ ਚੀਜ਼ ਹੋ ਰਹੀ ਆ, ਉਹਦਾ ਕੀਮਤ ਚੁਕਾਣੀ ਪੈਂਦੀ ਆ ਔਰ ਉਹ ਚੀਜ਼ ਵੱਧਦੀ ਜਾਂਦੀ ਆ। ਅੱਜ ਅਗਰ ਸਟੇਟ ਦੇ ਖਿਲਾਫ ਗੁੱਸਾ ਲੋਕਾਂ ਦਾ ਵੱਧਦਾ ਵਾ, ਇਹਦੇ ਵਾਸਤੇ ਰਿਫਾਰਮਸ ਦੀ ਲੋੜ ਆ, ਇਹਦੇ ਵਾਸਤੇ ਡਾਇਲੌਗ ਦੀ ਲੋੜ ਆ, ਔਰ ਇਹ ਚੀਜ਼ਾਂ ਹੀ ਇਸ ਚੀਜ਼ ਨੂੰ ਖਤਮ ਕਰ ਸਕਦੀਆਂ। ਇਹ ਵੀ ਨਿਕਲਦੀ ਹੈ, ਤੁਸੀਂ ਕਹਿ ਰਹੇ ਹੈਗੇ ਹੋ ਕਿ ਇੱਕ ਫਰੀडम ਆਫ ਸਪੀਚ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈਗੀ, ਪਰਚੇ ਦੀ ਰਾਜਨੀਤੀ ਜਿਹੜੀ ਹੈਗੀ ਉਹ ਨਹੀਂ ਹੋਣੀ ਚਾਹੀਦੀ ਹੈਗੀ। ਫਿਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਕਿਉਂ ਕਹਿੰਦੇ ਨੇ ਕਿ ਸ਼ੂਟਰ ਵਰਗੀ ਮੂਵੀ ਜਿਹੜੀ ਹੈਗੀ ਉਹ ਬੈਨ ਹੋ ਜਾਣੀ ਚਾਹੀਦੀ ਹੈਗੀ ਹੈ, ਜਾਂ ਕਹਿ ਲਓ ਕਿ ਹਥਿਆਰਾਂ ਵਾਲੇ ਗੀਤ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਉਹ ਪਾਬੰਦੀ ਲਗਾ ਦਿੰਦੇ ਹੈਗੇ ਨੇ। ਇਸ ਚੀਜ਼ ਨੂੰ ਤੁਸੀਂ ਕੀ ਦੇਖਦੇ ਹੈਗੇ ਹੋ? ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਇਸ ਚੀਜ਼ ਨੂੰ ਅਸੀਂ ਅਗਰ ਵੇਖਣਾ ਚਾਹੁੰਦੇ ਆ ਤੇ ਮੈਂ ਉਹੀ ਤੁਹਾਨੂੰ ਉਦੋਂ ਦੀ ਇਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਐਕਸਪਰਟਸ ਦੇ ਫੈਸਲੇ ਆ, ਜਿਨ੍ਹਾਂ ਨੇ, ਮੇਰੀ ਦੀ ਮਹਾਰਤ ਨਹੀਂ ਹੈਗੀ ਵੀ ਮੈਂ ਇਹਨਾਂ ਦੇ ਉੱਤੇ ਐਕਸਪਰਟ ਕਮੈਂਟ ਦੇ ਸਕਾਂ। ਫਿਲਮ ਸੈਂਸਰ ਬੋਰਡਸ ਆ, ਇੱਕ ਬਹੁਤ ਜ਼ਿਆਦਾ ਸੁਸਾਇਟੀ ਦੇ ਵਿੱਚ ਐਕਸਪਰਟਸ ਆ ਜਿਹੜੇ ਇਸ ਚੀਜ਼ ਨੂੰ ਨਜ਼ਰ ਦੇ ਸਕਦੇ ਆ ਔਰ ਇਹਨੂੰ ਸਮਝ ਸਕਦੇ ਆ। ਲੇਕਿਨ ਮੈਂ ਤੁਹਾਨੂੰ ਇਹ ਕਹਿ ਰਿਹਾ, ਅਗਰ ਬੈਨ ਕਰਨ ਦੀ ਜਿਹੜੀ ਰਾਜਨੀਤੀ ਆ, ਜਿਹੜਾ ਆਪਾਂ ਕਹੀਏ ਵੀ ਆਪਾਂ ਇੱਕ ਤਰ੍ਹਾਂ ਤੋਂ ਬੈਨ ਅਖੀਰਲਾ ਸਟੈਪ ਹੋਣਾ ਚਾਹੀਦਾ, ਲਾਸਟ ਸਟੈਪ ਜਿਹੜਾ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਵੀ ਇਹਨੂੰ ਬੰਦ ਕਰ ਦਿਓ, ਬੈਨ ਕਰ ਦਿਓ। ਤੁਸੀਂ ਵੇਖੋ, ਔਰ ਜਦੋਂ ਤੱਕ ਅਗਰ ਆਪਾਂ ਪਹਿਲੇ ਦੂਜੇ ਸਟੈਪ ਨਹੀਂ ਲੈਣ ਲੱਪਾਂਗੇ, ਫਿਰ ਉਹਦੇ ਨਾਲ ਲੋਕੀ ਜਿਹੜੇ ਆ ਇਨਕਰੇਜ ਕਰਨਾ ਸ਼ੁਰੂ ਕਰ ਦੇਣਗੇ। ਔਰ ਇਹੋ ਜਿਹੀ ਫਿਲਮਾਂ ਬਣਨੀਆਂ ਜਿਹੜਾ ਨੌਜਵਾਨਾਂ ਨੂੰ ਇਹ ਕਰਨਗੇ, ਇਹਦੇ ਨਾਲੋਂ ਫਿਰ ਕੀ ਉਹ ਬਦਲ ਗਿਆ ਸੈਂਟੀਮੈਂਟ? ਬੈਨ ਕਰਨ ਨਾਲ ਉਹ ਸੈਂਟੀਮੈਂਟ ਜਿਹੜਾ ਥੋੜੀ ਦੇਰ ਸ਼ਾਂਤ ਜ਼ਰੂਰ ਹੋ ਗਿਆ। ਅਗਰ ਉਹ ਸੈਂਟੀਮੈਂਟ ਬਦਲਣਾ ਵਾ, ਤੁਹਾਨੂੰ ਉਹਦੇ ਵਾਸਤੇ ਅਗਲੇ ਸਟੈਪ ਵੀ ਲੈਣੇ ਪੈਣੇ। ਬੈਨ ਦੇ ਨਾਲ ਤੁਹਾਨੂੰ ਰਿਫਾਰਮਸ, ਤੁਹਾਨੂੰ ਡਾਇਲੌਗਸ, ਤੁਹਾਨੂੰ ਉਹਦੇ ਬਾਰੇ ਵਿਚਾਰ ਚਰਚਾ, ਤੁਹਾਨੂੰ ਉਹਦੇ ਬਾਰੇ ਡਿਬੇਟਸ, ਤੁਹਾਨੂੰ ਉਹਦੇ ਬਾਰੇ ਨੌਜਵਾਨਾਂ ਦੇ ਵਿੱਚ ਜਾ ਕੇ ਉਹਦੇ ਬਾਰੇ ਗੱਲ ਕਰਨ ਦੀ ਲੋੜ ਆ, ਔਰ ਉਹੀ ਸਾਡੀ ਕੋਸ਼ਿਸ਼ ਆ। ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਗੱਲਬਾਤ ਕਰਨ ਲਈ। ਤਾਂ ਇਹ ਤਾਂ ਸੀ ਬਰਿੰਦਰ ਢਿੱਲੋਂ। ਹਾਲਾਂਕਿ ਗੱਲ ਕਰੀਏ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਨਾਲ ਵੱਲੋਂ ਗੱਲ ਆਖੀ ਗਈ ਸੀ ਕਿ ਪਰਚੇ ਦਰਜ ਕਰਾਣੇ, ਤਾਂ ਉਸ ਦਾ ਖੁੱਲ੍ਹ ਕੇ ਵਿਰੋਧ ਜਿਹੜਾ ਹੈਗਾ ਉਹ ਯੂਥ ਕਾਂਗਰਸ ਦੇ ਵੱਲੋਂ ਕੀਤਾ ਗਿਆ। ਕਿਹਾ ਕਿ ਪਰਚਿਆਂ ਦੀ ਰਾਜਨੀਤੀ ਜਿਹੜੀ ਹੈਗੀ ਹੈ ਉਹ ਸਾਡੇ ਵੱਲੋਂ ਨਹੀਂ ਕੀਤੀ ਜਾਊਗੀ, ਬਲਕਿ ਸਾਡੇ ਵੱਲੋਂ ਇਹੀ ਗੱਲ ਆਖੀ ਜਾਊਗੀ ਕਿ ਇਸ ਦੇ ਉੱਤੇ ਡਾਇਲੋਗ ਹੋਣਾ ਚਾਹੀਦਾ ਹੈਗਾ, ਇਸ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਹੈਗੀ ਹੈ। ਹੁਣ ਦੇਖਣਾ ਹੋਵੇਗਾ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਇਸ ਦੇ ਉੱਤੇ ਆਪਣਾ ਕੀ ਪ੍ਰਤੀਕਰਮ ਦਿੰਦੇ ਨੇ। ਕੈਮਰਾਮੈਨ ਸੰਦੀਪ ਦੇ ਨਾਲ ਗਗਨਦੀਪ ਸਿੰਘ, ਹਮਦਰਦ TV, ਚੰਡੀਗੜ੍ਹ।